बार-बार इस मोर्चे ਨੂੰ, ਇਸ ਅੰਦੋਲਨ ਨੂੰ ਚੁਕਾਉਣ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ, ਉਹਦਾ ਅਸਲ ਜਿਹੜਾ ਚਿਹਰਾ ਆ ਉਹ ਨੰਗਾ ਹੋ ਗਿਆ ਯੂਪੀ ਦੇ ਵਿੱਚ। ਉਹਨਾਂ ਨੇ ਦੇਖਿਆ ਕਿ ਮੋਰੇ ਕਿਸਾਨ ਵੀਰ ਬਹੁਤ ਬੈਠੇ ਨੇ, ਤੇਜ਼ ਗੱਡੀ ਲਿਆ ਕੇ ਉਹ ਸਾਡੇ ਕਿਸਾਨ ਵੀਰਾਂ ਦੇ ਉੱਪਰ ਚੜਾ ਦਿੱਤੀ। ਸਰਕਾਰਾਂ ਅੱਗੇ ਅਸੀਂ ਵੀ ਚੁਣ ਕੇ ਸੱਤਾ ਦੇ ਵਿੱਚ ਲਿਆਈ ਦੀਆਂ ਸੀ, ਪਰ ਇਹ ਜਿਹੜੀ ਮੋਦੀ ਦੀ ਸਰਕਾਰ ਆ, ਬੀਜੇਪੀ ਸਰਕਾਰ ਆ, ਉਹ ਤਾਂ ਉਹਨੂੰ ਕਿਸੇ ਦੀ ਪਰਵਾਹ ਹੀ ਕੋਈ ਨਹੀਂ ਹੈਗੀ। ਇਹ ਜਿਹੜੀ ਸਰਕਾਰ ਆ, ਇਹਨੇ ਹਰੇਕ ਵਰਗ ਨੂੰ ਕੁਚਲ ਕੇ ਰੱਖ ਦਿੱਤਾ ਹੈ। ਸਾਡੀਆਂ ਸ਼ਹੀਦੀਆਂ ਦਾ ਕੋਈ ਮੁੱਲ ਹੀ ਹੈ ਨਹੀਂ, ਇਹਨਾਂ ਨੂੰ ਆਪਣੀ ਪਰਵਾਹ ਹੈਗੀ ਆ। ਤੁਹਾਡੇ ਕੋਲ ਜਿੰਨੇ ਬੁੱਧੀਜੀਵੀ ਹੈਗੇ, ਅਰਥ ਸ਼ਾਸਤਰੀ ਹੈਗੇ, ਤੁਸੀਂ ਬੁਲਾ ਲਓ। ਇੱਕ ਪਾਸੇ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਬਿਠਾ ਲਓ, ਫਿਰ ਫੈਸਲਾ ਦੁਨੀਆ ਕਰ ਦਊਗੀ ਕਿ ਗਲਤ ਕੌਣ ਆ ਤੇ ਸਹੀ ਕੌਣ ਆ, ਕਾਨੂੰਨ ਕਾਲੇ ਆ ਕਿ ਗੋਰੇ ਆ। ਸਹੀ ਸੀਗਾ ਤਾਂ ਮੁਆਵਜ਼ੇ ਦੀ ਇਹਨਾਂ ਨੇ ਗੱਲ ਕੀਤੀ ਹੈ, ਜੇ ਨਾ ਹੁੰਦਾ ਤਾਂ ਫਿਰ ਮੰਨਦੇ ਨਾ। ਕਿ ਅਸਲ ਮਨਸ਼ਾ ਇਹਨਾਂ ਦੀ ਸਿਰਫ ਅੰਦੋਲਨ ਨੂੰ ਖਤਮ ਕਰਨਾ ਆ, ਅੰਦੋਲਨ ਨੂੰ ਉੱਥੋਂ ਚੁਕਾਉਣਾ ਆ, ਲੋਕਾਂ ਨੂੰ ਭੜਕਾਉਣਾ ਆ। ਇੱਕ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਹੋਇਆ ਸੀ, ਔਰ ਉਹ ਅੰਦੋਲਨ ਜਿਹੜਾ ਆ 2-3 ਦਿਨਾਂ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਸੀ। ਪਰ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਇਹ ਪੰਜਾਬ ਤੋਂ ਤੁਰਿਆ ਅੰਦੋਲਨ ਅੱਜ ਹਰਿਆਣੇ ਨੂੰ ਨਾਲ ਲੈ ਕੇ ਪੂਰੇ ਦੇਸ਼ 'ਚ ਫੈਲ ਰਿਹਾ। ਕਿ ਅਸੀਂ ਇੰਨੀਆਂ ਭੜਕਾਹਟ ਦੀਆਂ ਗੱਲਾਂ ਕਰਦੇ ਹਾਂ, ਕਿਉਂ ਨਹੀਂ ਭੜਕਾਹਟ ਦੇ ਵਿੱਚ ਆਉਂਦੇ, ਕਿਉਂ ਨਹੀਂ ਇੱਥੇ ਦੰਗੇ ਹੁੰਦੇ, ਕਿਉਂ ਨਹੀਂ ਆਪਸ ਵਿੱਚ ਉਲਝਦੇ। 10 ਮਹੀਨਿਆਂ ਦੇ ਵਿੱਚ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਆ, ਤੇ ਜੇ ਮੁਆਵਜ਼ਾ ਇਹਨਾਂ ਨੂੰ ਮਿਲੇਗਾ ਕਿ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਗੀ ਕਿ ਜਿਹੜੇ ਪਿਛਲੇ 10 ਮਹੀਨਿਆਂ ਵਿੱਚ ਸ਼ਹੀਦ ਹੋਏ ਹਨ। ਅਸੀਂ ਵੀ ਹੁਣ ਦਿਮਾਗ ਦੀ ਲੜਾਈ ਲੜ ਰਹੇ ਹਾਂ, ਕੋਰਟ ਦੀ ਲੜਾਈ ਲੜਨਾ ਅਸੀਂ ਵੀ ਬੰਦ ਕਰ ਦਿੱਤਾ। ਉੱਥੇ ਕਿਸਾਨਾਂ ਦੇ ਪਰਚੇ ਦਰਜ ਕਰ ਰਹੀ ਹੈ ਕਿ ਦੋਸ਼ੀ ਇਹ ਵੀ ਹੈ, ਇਹਨਾਂ ਨੇ ਵੀ ਸਾਡੇ ਜਿਹੜੇ ਆ ਬੰਦਿਆਂ ਤੇ ਜਿਹੜਾ ਹਮਲਾ ਕੀਤਾ ਆ, ਔਰ ਇਹਨਾਂ ਨੇ ਵੀ ਸਾਡੇ ਬੰਦਿਆਂ ਨੂੰ ਮਾਰਿਆ ਆ। ਦੇਖੋ ਕਿਤੇ ਨਾ ਕਿਤੇ ਸਰਕਾਰ ਤਾਂ ਦਬਾਉਣ ਦੀ ਕੋਸ਼ਿਸ਼ ਕਰੂਗੀ, ਉਲਝਾਉਣ ਦੀ ਵੀ ਕੋਸ਼ਿਸ਼ ਕਰੂਗੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਕਿ ਇਹਨਾਂ ਦੇ ਸਿਰ ਤੇ ਜੂੰ ਨਹੀਂ ਸਰਕ ਰਹੀ, ਜਿਹਦੇ ਸਿਰ 'ਚ ਜੂਆਂ ਪਈਆਂ ਹੁਣ ਖਾਜ ਜਦੋਂ ਕਰਦਾ ਫਿਰ ਲੋਕੇ ਕਰ ਦਿੱਤਾ। ਇਹ ਮੋਦੀ ਸਾਹਿਬ ਦੇ ਹੁਣ ਸਿਰ 'ਚ ਪੈ ਗਈਆਂ ਜੂਆਂ, ਤੇ ਖੁਰਕਦਾ ਤਾਂ ਹੈਗਾ, ਕਿਸੇ ਨੂੰ ਪਤਾ ਨਹੀਂ ਲੱਗਦਾ। झोला उठा के चला जाऊंगा, फिर झोला उठा के हमने जाने नहीं देना इनको, इनकी टांग पकड़ के तो फिर इधर पंजाब को लाएंगे। फिर ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਪਿਛਲੇ ਦਿਨਾਂ 'ਚ ਲਖੀਮਪੁਰ ਵਿੱਚ UP ਦੇ ਵਿੱਚ ਬਹੁਤ ਮੰਦਭਾਗੀ ਘਟਨਾ ਵਾਪਰੀ, ਜਿਸ ਦੇ ਵਿੱਚ ਕਿਸਾਨ ਸ਼ਹੀਦ ਹੋ ਗਏ। ਨਾ ਸ਼ਹੀਦਾਂ ਦੀ, ਉਹਨਾਂ ਕਿਸਾਨਾਂ ਦੀ, ਨੌਜਵਾਨਾਂ ਦੀ ਮੌਤ ਦਾ ਪੰਜਾਬੀ ਵਿਰਾਸਤ ਇਸ ਸਮੇਂ ਉਹਨਾਂ ਦੇ ਨਾਲ ਦੁੱਖ ਦੀ ਘੜੀ ਵਿੱਚ ਹਮੇਸ਼ਾ ਹੀ ਖੜਾ ਹੈਗਾ, ਕਿਉਂਕਿ ਇਹ ਜੋ ਕਿਸਾਨ ਸ਼ਹੀਦ ਹੋ ਚੁੱਕੇ ਨੇ, ਇਹ ਜੋ ਵਾਪਸ ਚਲੇ ਗਏ ਨੇ ਸੰਸਾਰਿਕ ਯਾਤਰਾ ਤੋਂ, ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਨੇ, ਇਹਨਾਂ ਦੀ ਕਮੀ ਪਰਿਵਾਰ ਵਿੱਚ ਕਦੀ ਨਾ ਪੂਰੀ ਹੋਣ ਵਾਲੀ ਹੈ। ਜੇ ਦੇਖਿਆ ਜਾਏ ਕਿਸਾਨ ਮੋਰਚੇ ਨੂੰ, ਕਿਸਾਨ ਸੰਘਰਸ਼ ਨੂੰ, ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਕਿੰਨੇ ਸ਼ਹੀਦ ਹੋ ਚੁੱਕੇ ਹਨ, ਲਗਭਗ 600 ਤੋਂ ਉੱਪਰ ਟੱਪ ਚੁੱਕੇ ਹਨ ਸ਼ਹੀਦਾਂ ਦੀ ਗਿਣਤੀ। ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਕਿਸਾਨ ਅੰਨਦਾਤਾ ਹਰ ਪਾਸੇ ਸੜਕਾਂ ਤੇ ਆ ਕੇ ਬੈਠਾ ਹੋਇਆ ਪਿਛਲੇ 11 ਮਹੀਨਿਆਂ ਤੋਂ। ਨਵੰਬਰ ਆਵੇ ਪੂਰੇ 12 ਮਹੀਨੇ ਹੋ ਚੱਲੇ ਨੇ। ਨਾ ਇਹਨਾਂ ਨੂੰ ਭੁੱਖ ਦੀ ਰਹੀ, ਨਾ ਗਰਮੀ ਦੀ, ਨਾ ਸਰਦੀ ਦੀ, ਨਾ ਬਾਰਿਸ਼ਾਂ ਪੈ ਰਹੀਆਂ ਨੇ, ਕੋਈ ਫਰਕ ਨਹੀਂ ਪੈ ਰਿਹਾ। ਪਿੱਛੇ ਘਰ ਬਾਰ, ਪਰਿਵਾਰ, ਬੱਚੇ ਸਭ ਦੇ ਹੈਗੇ ਨੇ, ਕਿਵੇਂ ਗੁਜ਼ਰ ਰਿਹਾ ਉਹਨਾਂ ਦੇ ਉੱਪਰ। ਸੋ ਇਸ ਸਮੇਂ UP ਦੇ ਹਾਲਾਤ ਕਾਫੀ ਗੰਭੀਰ ਹਨ, ਖਰਾਬ ਹੋਏ ਪਏ ਹਨ, ਤੇ ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਵੀ ਇਸ ਤੇ ਟਿੱਪਣੀਆਂ ਕਰਦੀ ਪਈ ਹੈ, ਜਿਵੇਂ ਹਮੇਸ਼ਾ ਹੀ ਸਰਕਾਰਾਂ ਦਾ ਕੰਮ ਰਿਹਾ ਟਿੱਪਣੀਆਂ ਕਰਨੀਆਂ, ਤੇ ਇੱਥੇ ਵੀ ਸਰਕਾਰ ਹੀ ਟਿੱਪਣੀਆਂ ਕਰ ਰਹੀ ਹੈ। ਸੋ ਇਸ ਦੇ ਵਿੱਚ ਸਾਡੇ ਨਾਲ ਅੱਜ ਜੁੜ ਚੁੱਕੇ ਹਨ ਸਰਦਾਰ ਜੰਗਵੀਰ ਸਿੰਘ ਚੌਹਾਨ, ਜੋ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ, ਮੈਂਬਰ ਸੰਯੁਕਤ ਮੋਰਚਾ ਦਿੱਲੀ ਤੋਂ ਹਨ। ਜਿਹੜੀ ਵਾਰਦਾਤ ਉੱਥੇ ਬੀਤੀ ਹੈ, ਅਸੀਂ ਇਹਨਾਂ ਦੇ ਨਾਲ ਇੱਥੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਰਦਾਰ ਜੰਗਵੀਰ ਸਿੰਘ ਚੌਹਾਨ ਦਾ ਪੰਜਾਬੀ ਵਿਰਾਸਤ ਦੀ ਨਿਗਾਹ ਸਵਾਗਤ ਕਰਦੇ ਹਾਂ, ਅਤੇ ਬਾਕੀ ਦੀਆਂ ਗੱਲਾਂ ਆਪਾਂ ਇਹਨਾਂ ਤੋਂ ਪੁੱਛਾਂਗੇ।
ਭਾਈ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਾਸਤ ਚੈਨਲ USA ਦਾ ਧੰਨਵਾਦ, ਕਿਉਂਕਿ ਸਾਡਾ ਚੌਥਾ ਥੰਮ ਮੀਡੀਆ ਜਿਹੜਾ ਸਾਡੀਆਂ ਖਬਰਾਂ ਅੱਜ ਤੱਕ ਅੰਦੋਲਨ ਦੀਆਂ ਵੀ ਤੇ ਸਾਰੀਆਂ ਜੋ ਸਾਡੇ ਨਾਲ ਘਟਨਾਵਾਂ ਵਾਪਰਦੀਆਂ ਸਾਰੀਆਂ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਦੀਆਂ ਕਰਦਾ। ਨਾਲ ਦੀ ਨਾਲ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸੋ ਭਾਈ ਸਾਹਿਬ ਜੀ, ਜਿਹੜੀ ਕਿ ਘਟਨਾ ਪਿਛਲੇ ਦਿਨਾਂ 'ਚ ਕੱਲ ਰਾਤੀ, ਬੀਤੀ ਰਾਤੀ ਜੋ ਯੂਪੀ ਵਿੱਚ ਵਾਪਰੀ ਆ, ਕਿਸਾਨਾਂ ਨੂੰ ਗੱਡੀ ਦੇ ਥੱਲੇ ਕੁਚਲਿਆ ਗਿਆ, ਆਪ ਜੀ ਇਹਨਾਂ ਦੇ ਬਾਰੇ ਕੀ ਕਹੋਗੇ? ਦੇਖੋ, ਇਹ ਤਾਨਾਸ਼ਾਹੀ ਸਰਕਾਰ ਹੈ, ਇਹਦਾ ਰਵੱਈਆ ਬੜਾ ਸਖਤ ਹੈ। ਇਹਨੇ ਅੱਜ ਤੱਕ ਜਿੰਨੇ ਵੀ ਕਾਨੂੰਨ ਲਾਗੂ ਕੀਤੇ, ਅੱਜ ਤੱਕ ਕੋਈ ਕਾਨੂੰਨ ਵਾਪਸ ਨਹੀਂ ਲਿਆ। ਜਿੰਨੇ ਵੀ ਕ੍ਰਾਂਤੀਕਾਰੀ ਲੋਕਾਂ ਨੇ ਅੱਜ ਤੱਕ ਅੰਦੋਲਨ ਕੀਤਾ ਆ, ਉਹਨਾਂ ਦੇ ਅੰਦੋਲਨ ਇਸ ਸਰਕਾਰ ਨੇ ਫੇਲ ਕੀਤੇ ਆ। ਇਹ ਆਪਣੀਆਂ ਚਾਲਾਂ ਚੱਲਣ ਦੇ ਵਿੱਚ ਕਾਮਯਾਬ ਰਹੀ ਹੈ ਸਰਕਾਰ, ਕਿਉਂਕਿ ਪਿਛਲੇ 26 ਸਤੰਬਰ ਦੀ ਗੱਲ ਕਰਦੇ ਆ ਤੇ 10 ਮਹੀਨੇ ਸਾਨੂੰ ਇਹਨਾਂ ਬਾਰਡਰਾਂ ਤੇ ਬੈਠਿਆਂ ਨੂੰ ਹੋ ਗਏ, ਔਰ ਨਾਲ ਦੀ ਨਾਲ 1 ਸਾਲ ਸਾਨੂੰ ਪੂਰਾ ਹੋ ਗਿਆ ਜਦੋਂ ਦੇ ਅਸੀਂ ਪੰਜਾਬ ਤੋਂ ਤੁਰੇ ਹੋਏ ਨੇ, ਔਰ 1 ਸਾਲ ਸਾਨੂੰ ਪਿਛਲੇ 25 ਸਤੰਬਰ ਨੂੰ ਪੂਰਾ ਹੋ ਗਿਆ। ਔਰ ਉਹਦੇ ਵਿੱਚ ਸਾਨੂੰ ਕਿੰਨੀਆਂ ਕਠਿਨਾਈਆਂ, ਕਿੰਨੀਆਂ ਔਕੜਾਂ ਆਈਆਂ, ਆਪ ਸਾਰਿਆਂ ਨੂੰ ਭਲੀ ਭਾਂਤ ਪਤਾ ਆ। ਪਰ ਜਿਹੜੀ ਕੱਲ ਇੱਕ ਮੰਦਭਾਗੀ ਘਟਨਾ ਹੋਈ ਹੈ ਆ ਲਖੀਮਪੁਰ ਖੀਰੀ ਦੇ ਵਿੱਚ, ਯੂਪੀ ਦੇ ਵਿੱਚ ਜਿਹੜੀ ਵਾਪਰੀ ਆ, ਉਹ ਦਿਲ ਨੂੰ ਦਹਿਲਾਉਣ ਵਾਲੀ ਜੋ ਘਟਨਾ ਆ। ਅਸਲ ਦੇ ਵਿੱਚ ਜਿਹੜਾ BJP ਸਰਕਾਰ ਪਿੱਛੋਂ ਪ੍ਰੋਪੋਗੰਡਾ ਕਰਕੇ ਬਾਰ-ਬਾਰ ਇਸ ਮੋਰਚੇ ਨੂੰ, ਇਸ ਅੰਦੋਲਨ ਨੂੰ ਚੁਕਾਉਣ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ, ਉਹਦਾ ਅਸਲ ਜਿਹੜਾ ਚਿਹਰਾ ਆ ਉਹ ਨੰਗਾ ਹੋ ਗਿਆ ਯੂਪੀ ਦੇ ਵਿੱਚ। ਔਰ ਇਹ ਜਿਹੜੀ ਕੱਲ ਘਟਨਾ ਹੋਈ ਹੈ, ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ, ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਔਰ ਸਮੂਹ ਸਾਡੇ ਕਿਸਾਨ ਜਿੰਨਾ ਸਾਡਾ ਕੇਡਰ ਆ, ਜਿੱਥੇ ਵੀ BJP ਦਾ ਕੋਈ ਵੀ ਮੰਤਰੀ ਆਉਂਦਾ ਜਾਂ ਮੁੱਖ ਮੰਤਰੀ ਆਉਂਦਾ ਆ, ਉਹਨਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਬਾਈਕਾਟ ਕਰਦੇ, ਵਿਰੋਧ ਕਰਦੇ ਆ। ਐਸੇ ਤਰ੍ਹਾਂ ਲਖੀਮਪੁਰ ਦੇ ਵਿੱਚ ਹੋਇਆ, ਹੈਲੀਪੈਡ ਤੇ ਬੈਠੇ ਸੀ ਸਾਡੇ ਕਿਸਾਨ ਵੀਰ ਔਰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰ ਰਹੇ ਸੀ। ਕੇਂਦਰੀ ਮੰਤਰੀ ਦੇ ਲੜਕੇ ਨੇ ਉਸ ਵੇਲੇ ਜਿਹੜੀ ਆ ਗੱਡੀ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਲਿਆਂਦੀ, ਕੁਝ ਗੁੰਡੇ ਉਹਦੇ ਨਾਲ ਸੀਗੇ, ਔਰ ਉਹਨਾਂ ਨੇ ਦੇਖਿਆ ਕਿ ਮੋਰੇ ਕਿਸਾਨ ਵੀਰ ਬਹੁਤ ਬੈਠੇ ਨੇ, ਤੇਜ਼ ਗੱਡੀ ਲਿਆ ਕੇ ਉਹ ਸਾਡੇ ਕਿਸਾਨ ਵੀਰਾਂ ਦੇ ਉੱਪਰ ਚੜਾ ਦਿੱਤੀ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਪਿਸਤੌਲ ਰਾਹੀਂ ਫਾਇਰਿੰਗ ਵੀ ਕੀਤੀ ਹੈ, ਗੋਲੀਆਂ ਵੀ ਚਲਾਈਆਂ ਆ। ਔਰ ਉਸ ਵੇਲੇ ਇੱਕ ਬੜਾ ਤਕੜਾ ਜਿਹੜਾ ਖੂਨੀ ਸਾਕਾ ਉੱਥੇ ਬਣਿਆ ਸੀ, ਉਹ ਦ੍ਰਿਸ਼ ਬੜਾ ਦਿਲ ਨੂੰ ਦਹਿਲਾਉਣ ਵਾਲਾ ਸੀਗਾ, ਕਿਉਂਕਿ ਕੱਲ ਸ਼ਾਮ ਤੱਕ ਜਿਹੜੇ ਸਾਡੇ 4 ਕਿਸਾਨ ਸ਼ਹੀਦ ਹੋ ਗਏ ਸੀ, ਔਰ ਨਾਲ ਦੀ ਨਾਲ ਅੱਜ 8 ਜਿਹੜੇ ਆ ਕਿਸਾਨ ਸ਼ਹੀਦ ਹੋਣ ਦੀ ਖਬਰ ਆਉਂਦੀ ਹੈ। ਪਰ ਸਾਡੇ 15-16 ਜਿਹੜੇ ਆ ਕਿਸਾਨ ਜ਼ਖਮੀ ਵੀ ਹੋ ਗਏ ਆ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਹੋਇਆ ਆ। ਔਰ ਇਹ ਸਰਕਾਰ ਦਾ ਰਵੱਈਆ ਤੁਸੀਂ ਦੇਖ ਲਓ, ਕਿਸ ਤਰ੍ਹਾਂ ਇਹ ਰਵੱਈਆ ਆਪਣੇ ਲੋਕਾਂ ਪ੍ਰਤੀ ਇਹਦੀ ਕੀ ਜਿਹੜੀ ਆ ਸੰਜੀਦਗੀ ਹੈ, ਕਿਉਂਕਿ ਐਜੀਟੇਸ਼ਨ ਅੱਗੇ ਵੀ ਅਸੀਂ ਕਰੀਦੀ ਸੀ, ਸਰਕਾਰਾਂ ਅੱਗੇ ਅਸੀਂ ਵੀ ਚੁਣ ਕੇ ਸੱਤਾ ਦੇ ਵਿੱਚ ਲਿਆਈ ਦੀਆਂ ਸੀ, ਪਰ ਇਹ ਜਿਹੜੀ ਮੋਦੀ ਦੀ ਸਰਕਾਰ ਆ, BJP ਸਰਕਾਰ ਆ, ਉਹ ਤਾਂ ਉਹਨੂੰ ਕਿਸੇ ਦੀ ਪਰਵਾਹ ਹੀ ਕੋਈ ਨਹੀਂ ਹੈਗੀ, ਲੋਕਾਂ ਦੀ ਗੱਲ ਸੁਣੀ ਨਹੀਂ ਰਹੀ। ਅੱਜ ਸਾਰਾ ਦੇਸ਼ ਇਹ ਗੱਲ ਕਹਿ ਰਿਹਾ ਆ ਕਿ ਇਹ ਕਾਨੂੰਨ ਜਿਹੜੇ ਆ ਗਲਤ ਆ, ਸਾਰੇ ਬੁੱਧੀਜੀਵੀ ਕਹਿ ਰਹੇ ਆ, ਸਾਰੇ ਜਿੰਨੇ ਸਾਡੇ ਇੱਥੇ ਵਕਾਲਤ ਕਰਦੇ ਆ ਵਕੀਲ ਭਾਈਚਾਰਾ, ਉਹ ਕਹਿ ਰਿਹਾ ਆ, ਮੈਂ ਸਾਡੇ ਜੱਜ ਕਹਿ ਰਿਹਾ ਆ ਇਹ ਗੱਲ ਕਿ ਕਾਨੂੰਨ ਕਾਲੇ ਨੇ, ਪਰ ਫਿਰ ਵੀ ਉਹ ਆਪਣੀ ਅੜੀ ਤੇ ਅੜੇ ਹੋਏ ਨੇ, ਨਾਲ ਦੀ ਨਾਲ ਸਾਡੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੀ, ਇਹਦਾ ਕਾਰਨ ਕੀ ਹੋ ਸਕਦਾ ਕਿ ਉਹ ਕਾਲੇ ਤਿੰਨ ਕਾਲੇ ਕਾਨੂੰਨ ਰੱਦ ਕਿਉਂ ਨਹੀਂ ਕਰਦੇ ਪਏ? ਇਹਦੇ ਵਿੱਚ ਸਾਜ਼ਿਸ਼ ਕੀ ਹੋ ਸਕਦੀ ਹੈ? ਕੀ ਸਰਕਾਰ ਦਾ ਕੋਈ ਫਾਇਦਾ ਹੈਗਾ ਜਾਂ ਕੀ ਵਿਚਾਰ ਨੇ ਇਹਦੇ ਉੱਪਰ ਤੁਹਾਡੇ? ਦੇਖੋ, ਫਾਇਦਾ ਸਰਕਾਰ ਦਾ ਹੀ ਹੈ। ਫਾਇਦੇ ਦੀ ਗੱਲ ਕਰਦੇ ਆ, ਜਿਹੜੇ ਕਾਰਪੋਰੇਟ ਘਰਾਣਿਆਂ ਨੇ ਕੋਲੋਂ ਪੂੰਜੀ ਖਰਚ ਕੇ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ, ਔਰ ਇਹ ਉਹਨਾਂ ਦੀ ਸਰਕਾਰ ਸਾਡੇ ਕੋਲ ਵੋਟਾਂ ਲੈ ਕੇ ਅੱਜ ਪੱਖ ਉਹਨਾਂ ਦਾ ਪੂਰਾ ਹੀ ਆ। ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਸਾਡੀ ਸਾਰੀ ਬਾਗਡੋਰ ਸੰਭਾਲ ਕੇ, ਔਰ ਉਹਨਾਂ ਪੂੰਜੀਵਾਦੀਆਂ ਨੂੰ ਸਾਡਾ ਇਹ ਜਿਹੜਾ ਖੇਤੀ ਦਾ ਧੰਦਾ ਆ ਉਹ ਵੀ ਦੇ ਕੇ ਤੇ ਸਾਨੂੰ ਇਥੋਂ ਫਿਨਿਸ਼ ਕਰਨਾ ਚਾਹੁੰਦੀ ਹੈ, ਪੰਜਾਬ ਦੇ ਵਿੱਚੋਂ ਤੇ ਬਾਕੀ ਸੂਬਿਆਂ ਦੇ ਵਿੱਚੋਂ। ਤੁਸੀਂ ਦੇਖੋ, ਆਮ ਗਰੀਬ ਲੋਕ ਜਿਹੜੇ ਆ ਉਹ ਅੱਜ ਗਰੀਬੀ ਦੀ ਮਾਰ ਹੇਠ ਜਾ ਰਹੇ ਆ, ਜਿੰਨੇ ਅਮੀਰ ਲੋਕ ਆ ਉਹ ਅਮੀਰੀ ਦੇ ਵਿੱਚ ਜਾ ਰਹੇ ਆ, ਤਾਂ ਤੋਂ ਤਾਂ ਜਾ ਰਹੇ ਆ। ਕਿਤੇ ਨਾ ਕਿਤੇ ਸਾਡੀ ਤਰਾਸਦੀ ਹੈ, ਇਹ ਜਿਹੜੀ ਸਰਕਾਰ ਆ ਇਹਨੇ ਹਰੇਕ ਵਰਗ ਨੂੰ ਕੁਚਲ ਕੇ ਰੱਖ ਦਿੱਤਾ ਹੈ। ਇੱਥੇ ਗਰੀਬਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਸਿਰਫ ਕਾਰਪੋਰੇਟਸ ਦੀ ਗੱਲ ਸੁਣੀ ਜਾ ਰਹੀ ਆ। ਉਹਨਾਂ ਦਾ ਕਿਤੇ ਨਾ ਕਿਤੇ ਇਹਨਾਂ ਤੇ ਪੂਰਾ ਜ਼ੋਰ ਆ। ਜਿਸ ਤਰ੍ਹਾਂ ਅਸੀਂ ਪਿੰਡ ਦੀ ਸਰਪੰਚੀ ਦੀ ਗੱਲ ਕਰ ਲੈਂਦੇ ਆ,
ਜੀ ਕੋਈ ਗਰੀਬ ਨੂੰ ਅਸੀਂ ਪਿੰਡ ਦੀ ਸਰਪੰਚੀ ਦੇ ਉਮੀਦਵਾਰ ਤੇ ਖੜਾ ਕਰ ਦਿੰਨੇ ਆ ਤੇ ਪੂੰਜੀਵਾਦੀ ਕੋਈ ਸਾਡੇ ਵਰਗਾ ਜਾਂ ਕੋਈ ਹੋਰ ਸਾਡਾ ਭਰਾ ਉਹ ਤੇ ਲਾ ਦਿੰਦਾ, ਤਾਂ ਫਿਰ ਜਦੋਂ ਜੀ ਪਿੰਡ ਦਾ ਕੋਈ ਕੰਮ ਕਰੂਗਾ ਤਾਂ ਫਿਰ ਉਹਦੇ ਇਸ਼ਾਰੇ ਤੇ ਕਰੂਗਾ ਨਾ। ਹੂੰ ਇਸੇ ਤਰ੍ਹਾਂ ਦੇ ਨਾਲ ਜਿਹੜੇ ਕਾਰਪੋਰੇਟ ਘਰਾਣਿਆਂ ਦੀ ਚੁਣੀ ਹੋਈ ਸਰਕਾਰ ਆ, ਤੇ ਕਾਰਪੋਰੇਟ ਘਰਾਣਿਆਂ ਨਾਲ ਪਤਾ ਨਹੀਂ ਕਿੰਨੇ ਕੇ ਐਗਰੀਮੈਂਟ ਕੀਤੇ ਹੋਏ ਆ, ਤੇ ਸਰਕਾਰ ਦੀ ਵੀ ਅੱਜ ਮਜਬੂਰੀ ਬਣੀ ਹੋਈ ਆ ਕਿ ਅਸੀਂ ਬਿੱਲ ਰੱਦ ਨਹੀਂ ਕਰਨੇ। ਕਿਤੇ ਨਾ ਕਿਤੇ ਜਿਹੜੀ ਅੜੀ ਆ ਇਹ ਬਹੁਤ ਨੁਕਸਾਨਦਾਈ ਇਹਨਾਂ ਦੀ ਹੋ ਸਕਦੀ ਹੈ। ਸਿਰਫ ਕਾਰਪੋਰੇਟ ਘਰਾਣਿਆਂ ਦਾ ਹੀ ਇਹਨਾਂ ਨੂੰ ਪੱਖ ਦਿਸਦਾ, ਆਮ ਲੋਕਾਂ ਦਾ ਇੱਥੇ ਪੱਖ ਨਹੀਂ ਦਿਸ ਰਿਹਾ। ਔਰ ਅੱਜ ਗੱਲ ਕਰਦੇ ਆ ਇਹਨਾਂ ਬਿੱਲਾਂ ਦੀ, ਕਿਉਂਕਿ ਸਾਡੀਆਂ 11 ਦੌਰ ਦੀਆਂ ਚਰਚਾਵਾਂ ਉੱਥੇ ਵਿਗਿਆਨ ਭਵਨ ਦੇ ਵਿੱਚ ਹੋਈਆਂ, ਕਲੌਜ਼ ਬਾਈ ਕਲੌਜ਼ ਸਾਡੀ ਚਰਚਾ ਵੀ ਹੋਈ ਉੱਥੇ। ਔਰ ਖੇਤੀ ਮੰਤਰੀ ਤੋਮਰ ਸਾਹਿਬ ਨੇ ਇਹ ਗੱਲ ਮੰਨੀ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਸੋਧਾਂ ਕਰ ਦਿੰਨੇ ਆ। ਔਰ ਇੱਕ ਪਾਸੇ ਸੋਧਾਂ ਕਰਨ ਦੀ ਗੱਲ ਕਰਦੇ ਆ ਕਿ ਅਸੀਂ ਬਿੱਲ ਰੱਦ ਨਹੀਂ ਕਰਨੇ, ਸਾਡੀ ਇੱਜ਼ਤ ਦਾ ਸਵਾਲ ਆ, ਸਾਡੇ ਪੱਲੇ ਰਹਿਣਾ ਕੁਛ ਨਹੀਂ, ਕੋਈ ਇਹਨੂੰ ਹੋਰ ਨਾ ਦੇ ਦਿਓ ਤੁਸੀਂ। ਦੇਖੋ ਇਹਨਾਂ ਨੂੰ ਆਪਣੀ ਇੱਜ਼ਤ ਦੀ ਪਰਵਾਹ ਹੈਗੀ ਆ, ਪਰ ਸਾਡੇ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਆ ਸਾਡੇ 7-8 ਕਿਸਾਨ ਕੱਲ ਸ਼ਹੀਦ ਹੋ ਗਏ। ਸਾਡੀਆਂ ਸ਼ਹੀਦੀਆਂ ਦਾ ਕੋਈ ਮੁੱਲ ਹੀ ਹੈ ਨਹੀਂ, ਇਹਨਾਂ ਨੂੰ ਆਪਣੀ ਪਰਵਾਹ ਹੈਗੀ ਆ। ਉਹ ਗੱਲ ਕਰਦੇ ਆ, ਇਹ ਕਿਤੇ ਨਾ ਕਿਤੇ ਇਹ ਕਹਿ ਕੇ ਗੱਲ ਮੁੱਕਰ ਜਾਂਦੇ ਆ। ਔਰ ਅੱਜ ਫਿਰ ਇਹਨਾਂ ਦੇ ਮੰਤਰੀ ਕਈ ਇਹ ਗੱਲ ਕਹੀ ਜਾਂਦੇ ਆ ਕਿ ਕਾਨੂੰਨਾਂ 'ਚ ਕਾਲਾ ਕੀ ਸਾਨੂੰ ਦੱਸੋ। ਪਰ ਅਸੀਂ ਤਾਂ ਅੱਜ ਵੀ ਇਹਨਾਂ ਨੂੰ ਭੈਣ ਜੀ ਚੈਲੰਜ ਕਰਦੇ ਆ ਕਿ ਜੇਕਰ ਕਾਨੂੰਨਾਂ 'ਚ ਕਾਲਾ ਕੀ ਆ ਅਸੀਂ ਸਾਡੇ ਤੋਂ ਸੁਣਨਾ ਹੈ ਨਾ, ਤੇ ਸਾਡਾ ਚੌਥਾ ਥੰਮ ਜਿਹੜਾ ਮੀਡੀਆ ਵਾਲੇ ਸਾਡੇ ਵੀਰ ਆ, ਕਿਤੇ ਪੱਧਰੇ ਟੇਬਲ ਲਾ ਲਓ ਤੁਸੀਂ, ਤੇ ਉੱਥੇ ਸਾਡੇ ਮੀਡੀਆ ਵਾਲੇ ਵੀਰਾਂ ਨੂੰ ਬੁਲਾ ਲਓ, ਤੁਹਾਡੇ ਕੋਲ ਜਿੰਨੇ ਬੁੱਧੀਜੀਵੀ ਹੈਗੇ, ਅਰਥ ਸ਼ਾਸਤਰੀ ਹੈਗੇ, ਤੁਸੀਂ ਬੁਲਾ ਲਓ। ਇੱਕ ਪਾਸੇ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਬਿਠਾ ਲਓ, ਫਿਰ ਫੈਸਲਾ ਦੁਨੀਆ ਕਰ ਦਊਗੀ ਕਿ ਗਲਤ ਕੌਣ ਆ ਤਾਂ ਸਹੀ ਕੌਣ ਆ, ਕਾਨੂੰਨ ਕਾਲੇ ਆ ਕਿ ਗੋਰੇ ਆ, ਇਹਨਾਂ ਦਾ ਫੈਸਲਾ ਲੋਕ ਕਰ ਦੇਣਗੇ। ਸਕੀਮ ਸਹੀ ਆ, ਅਸੀਂ ਤਾਂ ਇਹਨਾਂ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਜੀ। ਮਤਲਬ ਕਿ ਜਿਹੜਾ ਗੋਦੀ ਮੀਡੀਆ ਇਸ ਚੀਜ਼ ਨੂੰ ਖਬਰਾਂ ਨੂੰ ਨਸ਼ਰਤ ਹੀ ਨਹੀਂ ਕਰਿਆ, ਦਿਖਾਈ ਨਹੀਂ ਰਿਹਾ। ਜਿਵੇਂ ਕੱਲ ਜਿਹੜੀ ਹਾਦਸਾ ਜਿਹੜਾ ਕਿ ਬੀਤਿਆ, 8 ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਦਾ ਹੀ ਇਹ ਵੀ ਗੋਦੀ ਮੀਡੀਆ ਵੱਲੋਂ ਕੋਈ ਅਪਲੋਡ ਨਹੀਂ, ਕੋਈ ਨਿਊਜ਼ ਨਹੀਂ, ਕੋਈ ਕੁਝ ਨਹੀਂ ਦਿਖਾਇਆ ਗਿਆ। ਮਤਲਬ ਜਿਹੜੀ ਗੋਦੀ ਮੀਡੀਆ ਵੀ ਸਰਕਾਰ ਦੇ ਨਾਲ ਰਲੀ ਹੋਈ ਹੈ। ਤੇ ਜਿਵੇਂ ਕਿਹਾ ਜਾਂਦਾ ਕਿ ਜਿਹੜਾ ਕਿ ਮੰਤਰੀ ਰਾਜ ਅਜੇ ਮਿਸਟੀ ਟੈਨੀ, ਉਹਨੇ 25 ਤਰੀਕ ਨੂੰ ਧਮਕੀ ਵੀ ਦਿੱਤੀ ਸੀ। ਤੇ ਜਦੋਂ ਕੱਲ ਇਹ ਕਾਂਡ ਵਾਪਰਿਆ, ਜਦੋਂ ਉਹਦੇ ਮੁੰਡੇ ਨੇ ਟੋਨੀ ਨੇ ਮੋਨੂ ਟੈਨੀ ਨੇ ਗੱਡੀ ਚੜਾਈ, ਤੇ ਬਾਅਦ ਨੂੰ ਉੱਥੋਂ ਦੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੇ ਇਸ ਸਾਰੇ ਚੀਜ਼ ਨੂੰ ਇੱਕ ਘਟਨਾ, ਇੱਕ ਰੋਡ ਐਕਸੀਡੈਂਟ ਕਹਿ ਕੇ, ਘਟਨਾ ਕਹਿ ਕੇ ਉਹਨਾਂ ਨੂੰ ਕੀਤਾ, ਜਿੱਥੇ ਕਿ ਜਿੰਨੇ ਵੀ ਚਸ਼ਮਦੀਦ ਗਵਾਹ ਤੇ ਜਿੰਨੇ ਵੀ ਲੋਕੀ ਉੱਥੇ ਬੈਠੇ ਸਨ, ਉਹ ਇਹ ਹੀ ਕਹਿ ਰਹੇ ਸਨ ਕਿ ਇਹ ਹਾਦਸਾ ਨਹੀਂ, ਬਲਕਿ ਜਾਣ ਬੁੱਝ ਕੇ ਗੱਡੀ ਚੜਾਏਗੀ ਤੇ ਕਤਲ ਕੀਤਾ ਗਿਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਸ ਤਰ੍ਹਾਂ ਗੱਲ ਹੈਗੀ ਹੈ, ਜਿੰਨੇ ਵੀ ਜਦੋਂ ਕੋਈ ਗਰੀਬ ਦੀ ਮੌਤ ਆਉਂਦੀ ਹੈ ਨਾ, ਜਿਸ ਤਰ੍ਹਾਂ ਇਹ ਹਾਦਸਾ ਕਹਿ ਦਿੰਦੇ ਆ, ਸਾਡੀਆਂ ਤਾਂ ਸ਼ਹਾਦਤਾਂ ਆ ਜੀ। ਅਸੀਂ ਤਾਂ ਕਹਿੰਦੇ ਅੰਦੋਲਨ ਦੇ ਵਿੱਚ ਜਿਹੜਾ ਕੋਈ ਬਾਲਣ ਲੈ ਕੇ ਚਲ ਗਿਆ ਉਹ ਵੀ ਸਾਡਾ ਸ਼ਹੀਦ ਹੀ ਆ, ਕਿਉਂਕਿ ਜਦੋਂ ਲੜਾਈ ਲੱਗੀ ਹੁੰਦੀ ਆ ਤੇ ਰਸੋਈਆ ਵੀ ਸ਼ਹੀਦ ਹੀ ਹੁੰਦਾ ਉਸ ਵੇਲੇ। ਇਸ ਅੰਦੋਲਨ ਦੇ ਵਿੱਚ ਜਿਹੜਾ ਜੁਟਿਆ ਹੋਇਆ ਸਾਡਾ ਸ਼ਹੀਦ ਭਰਾ ਹੀ ਆ, ਸਾਡੀਆਂ ਸ਼ਹੀਦ ਭੈਣਾਂ ਹੀ ਆ। ਪਰ ਇਹ ਜਿਹੜੀ ਇਹਨਾਂ ਦੀ ਗੱਲ ਕਰਦੇ ਆ, ਮੋਨੂ ਟੈਨੀ ਦੀ ਗੱਲ ਕਰਦੇ ਆ, ਮੰਤਰੀ ਸਾਹਿਬ ਦੇ ਲੜਕੇ ਦੀ। ਔਰ ਇਹ ਪਹਿਲਾਂ ਤਾਂ ਇਹ ਮੰਤਰੀ ਜਿਹੜੇ ਆ ਸਟੇਜਾਂ ਤੋਂ ਬਹੁਤ ਇਹੋ ਜਿਹੇ ਭੜਕਾਹਟ ਵਾਲੇ ਬਿਆਨ ਦਿੰਦੇ ਆ, ਜਿੱਥੇ ਕਿ ਸਾਡੇ ਕਿਸਾਨ ਵੀਰਾਂ ਨੂੰ ਭੜਕਾਉਂਦੇ ਆ, ਉਕਸਾਉਂਦੇ ਆ ਇਹ ਕਿ ਇਹ ਸਾਡੇ ਖਿਲਾਫ ਹੋਣ। ਪਤਾ ਨਹੀਂ ਇਹਨਾਂ ਦੀ ਸਾਜ਼ਿਸ਼ ਕੀ ਹੈ, ਇਹਨਾਂ ਦੀ ਇਹਦੇ ਪਿੱਛੇ ਮਨਸ਼ਾ ਕੀ ਹੈ। ਔਰ ਉਸ ਵੇਲੇ ਦੇਖੋ, ਜਦੋਂ ਸਿੱਧੀ ਗੱਡੀ ਚੜ੍ਹਦੀ ਆ, ਮੂਵੀ ਬਣੀ ਆ, ਸਾਰਾ ਕੁਝ ਸਾਹਮਣੇ ਆ, ਸਬੂਤ ਵੀ ਸਾਹਮਣੇ ਆ, ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰਲਿਆ ਹੋਇਆ ਆ। ਇਹ ਸਾਰੀ ਇਹਨਾਂ ਦੀ ਮਿਲੀ ਭੁਗਤ ਆ। ਇਸ ਮਾਮਲੇ ਨੂੰ ਦਬਾਉਣਾ ਚਾਹੁੰਦੇ ਸੀ, ਪਰ ਇਹ ਮਾਮਲਾ ਦਬਿਆ ਨਹੀਂ, ਮਾਮਲਾ ਬਿਲਕੁਲ ਨਹੀਂ ਦਬ ਹੋਇਆ। ਅੱਜ ਬਹੁਤ ਵੱਡਾ ਉੱਥੇ ਇਕੱਠ ਹੋਇਆ ਸੀਗਾ, ਔਰ ਸਾਡੀ ਇੱਕ ਉੱਥੇ ਲੋਕਲ ਕਮੇਟੀ ਬਣੀ ਸੀ, ਔਰ ਉੱਥੇ ਜਿਹੜੀਆਂ ਸਾਡੀਆਂ ਅਸੀਂ 4 ਮੰਗਾਂ ਰੱਖੀਆਂ ਸੀ, ਕਿਉਂਕਿ ਪਰਿਵਾਰ ਦਾ ਜਿਹੜੇ ਮੈਂਬਰ ਚਲੇ ਗਏ ਉਹ ਤਾਂ ਵਾਪਸ ਨਹੀਂ ਹੋਣੇ, ਉਹ ਤਾਂ ਜ਼ਿੰਦਗੀ ਦੇ ਵਿੱਚ ਕੋਈ ਵਾਪਸ ਕਰ ਨਹੀਂ ਸਕਦਾ। ਜਿਹੜੀ ਉਹ ਥੋੜ ਪੈ ਜਾਂਦੀ ਹੈ ਨਾ ਪਰਿਵਾਰ ਨੂੰ, ਉਹ ਪੈਸਾ ਨਹੀਂ ਥੋੜ ਪੂਰੀ ਕਰ ਸਕਦਾ, ਪਰ ਕਿਤੇ ਨਾ ਕਿਤੇ ਮਦਦ ਦੀ ਗੁਹਾਰ ਜਿਹੜੀ ਲਾਈ ਜਾ ਸਕਦੀ ਹੈ। ਔਰ ਉਸ ਵੇਲੇ ਸਾਡੇ ਤੇ ਇਹਨਾਂ ਦੀਆਂ ਇਹ ਮੰਗਾਂ ਸੀ, ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਡੀਸੀ ਦਫ਼ਤਰਾਂ ਦਾ ਘਰਾਓ ਵੀ ਜਿਹੜਾ ਇੱਕ 10 ਵਜੇ ਤੋਂ ਲੈ ਕੇ 1 ਵਜੇ ਤੱਕ ਰੱਖਿਆ ਹੋਇਆ ਸੀ ਅਸੀਂ, ਔਰ ਅਸੀਂ ਡੀਸੀਆਂ ਦਾ ਘਰਾਓ ਕਰਕੇ ਉਹਨਾਂ ਨੂੰ ਵੀ ਇੱਕ ਮੰਗ ਪੱਤਰ ਦਿੱਤਾ 1 ਵਜੇ ਤੱਕ, 10 ਤੋਂ 1 ਵਜੇ ਤੱਕ। ਔਰ ਉਹਦੇ ਵਿੱਚ ਵੀ ਇਹ ਲਿਖਿਆ ਸੀ ਕਿ ਦੋਸ਼ੀਆਂ ਨੂੰ ਜਿਹੜੀ ਆ ਸਜ਼ਾ ਦਿਓ, 302 ਦਾ ਮੁਕੱਦਮਾ ਦਰਜ ਕਰੋ, ਔਰ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਸਹਾਇਕ ਹੈ 120 ਉਹਨਾਂ ਤੇ ਲਾ ਦਿਓ। ਨਾਲ ਦੀ ਨਾਲ ਤੁਸੀਂ ਜਿਹੜਾ
ਜਿਹੜਾ ਸਾਡਾ ਸ਼ਹੀਦ ਹੋਇਆ ਪਰਿਵਾਰ ਉਹਨੂੰ ਮੁਆਵਜ਼ਾ ਦਿਓ 45 ਲੱਖ ਰੁਪਏ ਦਾ। ਜੀ ਨਾਲ ਦੀ ਨਾਲ ਉਹਨਾਂ ਦੇ ਪਰਿਵਾਰ ਨੂੰ ਇੱਕ ਨੌਕਰੀ ਵੀ ਦੇ ਦਿਓ। ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਵੀ ਸਹਾਇਤਾ ਮਿਲਣੀ ਚਾਹੀਦੀ ਹੈ। ਔਰ ਸਾਡੇ ਕਿਸਾਨ ਵੀਰ ਜਿੰਨੇ ਵੀ ਅੱਜ ਸਾਰਿਆਂ ਨੇ ਦੇਸ਼ ਦੇ ਵਿੱਚ ਐਜੀਟੇਸ਼ਨ ਕੀਤਾ ਔਰ ਸਰਕਾਰ ਨੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ, ਇਸ ਤੇ ਸਾਰੀਆਂ ਗੱਲਾਂ ਮੰਨ ਗਈ। 45 ਲੱਖ ਰੁਪਏ ਦਾ ਜਿਹੜਾ ਆ ਉਹ ਮੁਆਵਜ਼ਾ ਦੇਣ ਵਾਸਤੇ ਮੰਨ ਗਈ। ਸਾਡਾ ਜਿਹੜਾ ਇੱਕ ਕਿਸਾਨ ਵੀਰ ਸ਼ਹੀਦ ਹੋਇਆ, ਪ੍ਰਤੀ ਕਿਸਾਨ ਵੀਰ ਦੀ ਗੱਲ ਕਰਦਾ ਹੈ, ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੀ ਗੱਲ ਕਰਦਾ ਤੇ ਉਹਨਾਂ ਤੇ 302 ਦਾ ਮੁਕੱਦਮਾ ਵੀ ਦੋਸ਼ੀਆਂ ਤੇ ਇਹਨਾਂ ਨੇ ਦਰਜ ਕਰ ਦਿੱਤਾ ਤੇ 120 ਵੀ ਲਵਾ ਦਿੱਤੀ ਆ। ਤਾਂ ਜਿਹੜੇ ਸਾਡੇ ਫੱਟੜ ਹੋਏ ਸੀ ਕਿਸਾਨ ਵੀਰ ਔਰ ਉਹਨਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ੇ ਦੀ ਗੱਲ ਕੀਤੀ ਹੈ। ਤੇ ਜੇ ਸਹੀ ਸੀਗਾ ਤਾਂ ਮੁਆਵਜ਼ੇ ਦੀ ਇਹਨਾਂ ਨੇ ਗੱਲ ਕੀਤੀ ਹੈ, ਜੇ ਨਾ ਹੁੰਦਾ ਤਾਂ ਫਿਰ ਮੰਨਦੇ ਨਾ, ਕਿਉਂਕਿ ਔਨ ਰਿਕਾਰਡ ਆ ਸਾਰਾ ਕੁਝ ਸਾਡੇ ਕੋਲ। ਇਹ ਜਿਹੜਾ ਧੱਕੇਸ਼ਾਹੀ ਕਰ ਰਹੀ ਹੈ ਸਰਕਾਰ, ਅਸਲ ਮਨਸ਼ਾ ਇਹਨਾਂ ਦੀ ਸਾਰੇ ਲੋਕਾਂ ਨੂੰ ਪਤਾ ਲੱਗ ਗਈ ਆ ਕਿ ਅਸਲ ਮਨਸ਼ਾ ਇਹਨਾਂ ਦੀ ਸਿਰਫ ਅੰਦੋਲਨ ਨੂੰ ਖਤਮ ਕਰਨਾ ਆ, ਅੰਦੋਲਨ ਨੂੰ ਉਥੋਂ ਚੁਕਾਉਣਾ ਆ, ਲੋਕਾਂ ਨੂੰ ਭੜਕਾਉਣਾ ਆ। ਜਿਸ ਤਰ੍ਹਾਂ ਪਿੱਛੇ ਤੁਸੀਂ ਦੇਖਿਆ ਹੋਣਾ ਕੁਝ ਸਮਾਂ ਪਹਿਲਾਂ ਇੱਕ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਹੋਇਆ ਸੀ ਔਰ ਉਹ ਅੰਦੋਲਨ ਜਿਹੜਾ ਆ 2-3 ਦਿਨਾਂ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਸੀ। ਪਰ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਇਹ ਪੰਜਾਬ ਤੋਂ ਤੁਰਿਆ ਅੰਦੋਲਨ ਅੱਜ ਹਰਿਆਣੇ ਨੂੰ ਨਾਲ ਲੈ ਕੇ ਪੂਰੇ ਦੇਸ਼ 'ਚ ਫੈਲ ਰਿਹਾ ਕਿ ਅਸੀਂ ਇੰਨੀਆਂ ਭੜਕਾਹਟ ਦੀਆਂ ਗੱਲਾਂ ਕਰਦੇ ਹਾਂ, ਕਿਉਂ ਨਹੀਂ ਭੜਕਾਹਟ ਦੇ ਵਿੱਚ ਆਉਂਦੇ, ਕਿਉਂ ਨਹੀਂ ਇੱਥੇ ਦੰਗੇ ਹੁੰਦੇ, ਕਿਉਂ ਨਹੀਂ ਆਪਸ ਵਿੱਚ ਉਲਝਦੇ, ਕਿਉਂ ਨਹੀਂ ਵਾਪਸ ਚਲੇ ਜਾਂਦੇ। ਬਸ ਇਹ ਚਿੰਤਾ ਇਹਨਾਂ ਨੂੰ ਭੈਣ ਜੀ ਸਤਾਉਂਦੀ ਆ, ਹੋਰ ਗੱਲ ਕੁਛ ਨਹੀਂ ਆ। ਇਹਨਾਂ ਦਾ ਦਿਮਾਗ ਇਸ ਵੇਲੇ ਘੁੰਮਿਆ ਹੋਇਆ ਆ, ਇਹਨਾਂ ਨੂੰ ਸੁਰਤ ਹੈ ਨਹੀਂ, ਇਹਨਾਂ ਨੂੰ ਸੁੱਝਦਾ ਕੁਛ ਨਹੀਂ। ਪਰ ਇਸ ਅੰਦੋਲਨ ਦੇ ਗੁਰੂ ਮਹਾਰਾਜ ਦੀ ਪੂਰੀ ਕਿਰਪਾ ਆ, ਜਿਹਨੇ ਵੀ ਇਸ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਬੰਦਾ ਅੱਜ ਬੈਕਫੁੱਟ ਤੇ ਖੜਾ ਆ, ਉਹ ਬੰਦਾ ਬਿਲਕੁਲ ਜ਼ੀਰੋ ਹੋ ਚੁੱਕਾ ਆ। ਮਹਾਰਾਜ ਦੀ ਬਹੁਤ ਕਿਰਪਾ ਹੈ ਇਸ ਅੰਦੋਲਨ ਦੇ ਉੱਤੇ ਔਰ ਇੱਕ ਇਹ ਤੀਰਥ ਸਥਾਨ ਬਣ ਗਿਆ ਸਾਡਾ ਸਿੰਘੂ ਮੋਰਚਾ ਤੇ ਬਾਕੀ ਮੋਰਚੇ। ਲੋਕ ਇੱਥੇ ਬੜੀ ਸ਼ਰਧਾ ਦੇ ਨਾਲ ਆਉਂਦੇ ਆ ਔਰ ਇੱਥੇ ਨਤਮਸਤਕ ਹੁੰਦੇ ਆ। ਇਹਨਾਂ ਲੋਕਾਂ ਨੂੰ ਹਾਲੇ ਪਤਾ ਹੀ ਨਹੀਂ, ਪਰ ਇਹਨਾਂ ਨੂੰ ਵੀ ਜੀ ਇੱਥੇ ਮੈਂ ਪੁੱਛਣਾ ਚਾਹਾਂਗੀ ਕਿ ਜਿਹੜੇ ਮੁਆਵਜ਼ੇ ਦੀ ਗੱਲ ਹੋਈ ਸੀ ਕਿ 45 ਲੱਖ ਰੁਪਇਆ ਇੱਕ ਕਿਸਾਨ ਨੂੰ ਦਿੱਤਾ ਜਾਏਗਾ, ਕੀ ਕਿਸਾਨਾਂ ਦੀ ਇੱਥੇ ਸਹਿਮਤੀ ਹੋਗੀ ਕਿ ਉਹ ਮੁਆਵਜ਼ਾ ਲੈਣਗੇ? ਦੇਖੋ ਭੈਣ ਜੀ, ਮੁਆਵਜ਼ਾ ਤਾਂ ਦੇਣਾ ਪਊਗਾ ਪਰਿਵਾਰਾਂ ਨੂੰ, ਅਸੀਂ ਤਾਂ ਸਹਿਮਤ ਆ। ਮੁਆਵਜ਼ਾ ਤਾਂ ਹੁਣ ਜਿਹੜੇ ਪਰਿਵਾਰਾਂ ਦਾ ਇੱਕ ਕਮਾਉਣ ਵਾਲਾ ਜੀ, ਦੇਖੋ 20 ਸਾਲ ਦਾ ਲੜਕਾ ਪੂਰਾ ਹੋ ਗਿਆ, ਇੱਕ 19 ਸਾਲ ਦਾ ਲੜਕਾ ਪੂਰਾ ਹੋ ਗਿਆ, ਕੋਈ 35 ਸਾਲ ਦਾ, ਕੋਈ 60 ਸਾਲ ਦਾ, ਤੇ ਕਿਤੇ ਨਾ ਕਿਤੇ ਤਾਂ ਬਹੁਤ ਵੱਡੀ ਘਾਟ ਪਈ ਆ। ਚਲੋ ਜੇ ਹੁਣ ਜੀ ਚਲਾ ਗਿਆ ਤੇ ਪੈਸੇ ਦੇ ਨਾਲ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਮਦਦ ਹੋ ਸਕਦੀ ਹੈ ਨਾ। ਇਸ ਕਰਕੇ ਅਸੀਂ ਇਹ 4 ਡਿਮਾਂਡਾਂ ਅੱਜ ਰੱਖੀਆਂ ਜੇ ਦੇਖਿਆ ਜਾਵੇ ਇਸ ਕਿਸਾਨੀ ਸੰਘਰਸ਼ ਨੂੰ, ਇਸ ਕਿਸਾਨੀ ਅੰਦੋਲਨ ਨੂੰ ਲਗਭਗ 10 ਮਹੀਨੇ ਹੋ ਗਏ ਨੇ ਤੇ 10 ਮਹੀਨਿਆਂ ਦੇ ਵਿੱਚ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਆ। ਤੇ ਜੇ ਮੁਆਵਜ਼ਾ ਇਹਨਾਂ ਨੂੰ ਮਿਲੇਗਾ, ਕੀ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਗੀ ਕਿ ਜਿਹੜੇ ਪਿਛਲੇ 10 ਮਹੀਨਿਆਂ ਵਿੱਚ ਸ਼ਹੀਦ ਹੋਏ ਹਨ? ਬਿਲਕੁਲ ਜੀ, ਸਾਡੀ ਮੰਗ ਤਾਂ ਇਹੀ ਹੈ, ਪਹਿਲੀ ਗੱਲ ਕਿ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। ਪਰ ਤਰਾਸਦੀ ਦੀ ਗੱਲ ਇਹ ਆ ਕਿ ਉਹ ਹਾਲੇ ਤੱਕ ਇਹਨਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਹੀ ਨਹੀਂ ਗੇ। ਇਹੋ ਜਿਹੀਆਂ ਟਿੱਪਣੀਆਂ ਕਈ ਸਾਡੇ ਬੁੱਧੀਜੀਵੀ ਕਰ ਚੁੱਕੇ ਆ, ਬੜੇ ਲੋਕ ਕਰ ਰਹੇ ਆ। ਪਰ ਗੱਲ ਤਾਂ ਇਹ ਆ ਕਿ ਉਹਨਾਂ ਜਿਹੜੇ 700 ਦੇ ਕਰੀਬ ਸਾਡੇ ਕਿਸਾਨ ਸ਼ਹੀਦ ਹੋ ਗਏ ਆ, ਅਸੀਂ ਕਹਿੰਦੇ ਉਹਨਾਂ ਨੂੰ ਵੀ ਮੁਆਵਜ਼ਾ ਦਿਓ, ਉਹਨਾਂ ਦੇ ਵੀ ਪਰਿਵਾਰਾਂ ਨੂੰ ਨੌਕਰੀ ਦਿਓ। ਪੰਜਾਬ ਸਰਕਾਰ ਮੰਨ ਵੀ ਚੁੱਕੀ ਆ, ਹੁਣ ਦੇਖੋ ਲਾਗੂ ਕਦੋਂ ਕਰਦੀ ਆ, ਅਸੀਂ ਦੇਖ ਰਹੇ ਹਾਂ ਉਹਨਾਂ ਵੱਲ। ਪਰ ਇਹ ਵੀ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਪੂਰੀ ਸਹਾਇਤਾ ਦਿਵਾਵਾਂਗੇ, ਘਰ ਪ੍ਰਤੀ ਇੱਕ ਜੀ ਨੂੰ ਨੌਕਰੀ ਵੀ ਦਿਵਾਵਾਂਗੇ। ਸਾਡਾ ਅੰਦੋਲਨ ਚੱਲ ਰਿਹਾ ਹਾਲੇ ਇਹਨਾਂ ਦੇ ਖਿਲਾਫ। ਲੋਕੀ ਕਹਿੰਦੇ ਪਏ ਨੇ ਕਿ ਜੀ ਅਸੀਂ ਮੁਆਵਜ਼ਾ ਤੋਂ ਲੈ ਲਵਾਂਗੇ, ਕਿ ਸਾਡੇ ਜਿਹੜਾ ਕਿ ਕਿਸਾਨੀ ਮੋਰਚੇ ਦਾ ਜਿਹੜਾ ਕਿ ਅਸੀਂ ਨੱਕ ਦੀ ਸੇਧ ਨੂੰ ਲੈ ਕੇ ਚੱਲੇ ਆ, 3 ਕਾਲੇ ਕਾਨੂੰਨ, ਜੇ ਸਰਕਾਰ ਮੰਨ ਲਓ ਸਾਨੂੰ ਮੁਆਵਜ਼ਾ ਦੇ ਦਿੰਦੀ ਹੈ ਤੇ ਕਿਤੇ ਨਾ ਕਿਤੇ ਸਾਡੇ ਕੋਲ ਇਹ ਨਾ ਹੋਵੇ ਕਿ ਮੁਆਵਜ਼ੇ ਦੇ ਚੱਕਰ ਦੇ ਵਿੱਚ ਜਿਹੜੇ ਸਾਡੇ ਮੇਨ 3 ਕਾਲੇ ਕਾਨੂੰਨ ਨੇ ਉਹਦਾ ਨਿਸ਼ਾਨਾ ਸਾਡੇ ਕੋਲੋਂ ਕਿਤੇ ਨਾ ਕਿਤੇ ਚੁੱਕ ਜਾਵੇ, ਕਿਉਂਕਿ ਕਾਫੀ ਲੰਮਾ ਸੰਘਰਸ਼ ਚੱਲਦਾ ਪਿਆ। ਤੇ ਜੇ ਆਪਾਂ ਹੁਣ ਨੱਕ ਦੀ ਸੇਧ ਨੂੰ ਜਾ ਹੀ ਰਹੇ ਹਾਂ ਤੇ ਜੀ ਅੱਜ ਸਰਕਾਰ ਨਹੀਂ ਮੰਨ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਨਹੀਂ ਮੰਨ ਰਹੀਆਂ ਨੇ, ਉਹਨਾਂ ਦਾ ਆਪਣਾ ਕੋਈ ਹੈਗਾ ਤੇ ਉਹ ਇਹ ਵੀ ਮੰਨਦੀਆਂ ਨੇ ਕਿ ਆਹ 3 ਕਾਲੇ ਕਾਨੂੰਨ ਠੀਕ ਨਹੀਂ ਹੈਗੇ ਨੇ। ਤੇ ਜੇ ਆਪਾਂ ਮੁਆਵਜ਼ੇ ਦੇ ਚੱਕਰ ਵਿੱਚ ਰਹਿ ਗਏ ਕਿ ਸਰਕਾਰਾਂ ਕੋਲੋਂ ਮੁਆਵਜ਼ਾ ਰਹਿਣਾ, ਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਮੁਆਵਜ਼ੇ ਦੇ ਚੱਕਰ ਵਿੱਚ ਜਿਹੜਾ ਸਾਡਾ ਮੇਨ ਫੋਕਸ ਹੈ, ਗੋਲ ਹੈ 3 ਕਾਲੇ ਕਾਨੂੰਨ ਰੱਦ ਕਰਨ ਦੇ, ਉਹ ਕਿਤੇ ਸੰਕਟ ਵਿੱਚ ਨਹੀਂ ਆ ਸਕਦਾ? ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਾਡਾ ਜਿਹੜਾ ਮੇਨ ਨਿਸ਼ਾਨਾ ਉਹ 3 ਮਿਲਿਆ ਤੇ MSP ਤੇ ਗਰੰਟੀ ਹੈ। ਇਹ ਤਾਂ ਦੇਖੋ ਜਿਹੜੇ ਸਾਡੇ ਸ਼ਹੀਦ ਪਰਿਵਾਰ ਹੁੰਦੇ ਉਹਨਾਂ ਦੀ ਸਹਾਇਤਾ ਕਰਨਾ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ, ਉਹਨਾਂ ਵਾਸਤੇ ਖੜੇ ਹੋਣਾ। ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਆ ਜੀ, ਅਸੀਂ ਉਹਨਾਂ ਦੇ ਪੁੱਤਰ ਆ। ਹੁਣ
ਅਸੀਂ ਦੇਖਣਾ ਉਹਨਾਂ ਦੇ ਪਰਿਵਾਰਾਂ ਨੂੰ ਕਿ ਕਿਸ ਤਰ੍ਹਾਂ ਅਸੀਂ ਗਾਹਾਂ ਉਹਨਾਂ ਨੂੰ ਚਲਾਉਣਾ ਆ। ਇਹ ਵੀ ਨਾਲ ਦੀ ਨਾਲ ਸਾਨੂੰ ਕਰਨਾ ਪਊਗਾ। ਜਿਹੜਾ ਨਿਸ਼ਾਨਾ ਸਾਡਾ ਮੇਨ ਟਾਰਗੇਟ ਆ ਉਹ ਤਾਂ ਸਾਡਾ 3 ਬਿੱਲਾਂ ਦਾ, ਅਸੀਂ ਉਹਨਾਂ ਤੋਂ ਨਹੀਂ ਭਟਕਦੇ। ਸਾਡਾ ਨਿਸ਼ਾਨਾ ਸਿਰਫ ਉਹ ਜਿਸ ਤਰ੍ਹਾਂ ਮੱਛੀ ਦੀ ਅੱਖ ਦੇ ਵਿੱਚ ਸਿੱਧਾ ਨਿਸ਼ਾਨਾ ਲਾਉਣਾ ਨਾ, ਉਸ ਤਰ੍ਹਾਂ ਅਸੀਂ ਆਪਣਾ ਸਿੱਧਾ ਨਿਸ਼ਾਨਾ ਉਹਨਾਂ ਦੀ ਅੱਖ ਦੇ ਵਿੱਚ ਲਾਇਆ ਹੋਇਆ ਆ। ਸਾਡਾ ਨਿਸ਼ਾਨਾ ਨਹੀਂ ਭਟਕਦਾ, ਅਸੀਂ ਇਸ ਨਿਸ਼ਾਨੇ ਤੋਂ ਬਾਹਰ ਨਹੀਂ ਜਾ ਰਹੇ। ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਮਤਲਬ ਕਿ ਜਿਹੜੀ ਸਾਡਾ ਮੇਨ ਮਕਸਦ ਇਸ ਸਮੇਂ 3 ਕਾਲੇ ਕਾਨੂੰਨ ਨੇ, ਤੇ ਜਦੋਂ ਅਸੀਂ ਮੁਆਵਜ਼ੇ ਦੇ ਚੱਕਰ ਵਿੱਚ ਪਾਵਾਂਗੇ ਤਾਂ ਹੋ ਸਕਦਾ ਕਿਤੇ ਨਾ ਕਿਤੇ ਸਾਡਾ ਸਰਕਾਰਾਂ ਨੂੰ ਲੱਗੇਗਾ ਕਿ ਇਹ ਮੁਆਵਜ਼ਾ ਵੀ ਲੈਣਾ ਚਾਹੁੰਦੇ ਨੇ, ਤੇ ਕਿਤੇ ਨਾ ਕਿਤੇ ਉਹ ਤੁਹਾਨੂੰ ਪਤਾ ਕਿ ਫਿਰ ਹਾਰੀ ਹੀਲੇ ਕੋਸ਼ਿਸ਼ ਕਰੇਗੀ, ਜਿੱਥੇ ਡਰਾ ਧਮਕਾ ਕੇ ਜਾਂ ਗੱਡੀਆਂ ਚਾਣਨ ਕੇ ਜਾਂ ਹੋਰ ਕਈ ਸਿਆਸਤਾਂ, ਹੋਰ ਕਈ ਚਲਾਕੀਆਂ ਦੇ ਨਾਲ ਜੋ ਉਹਨਾਂ ਨੇ ਪਿਛਲੇ 10 ਮਹੀਨਿਆਂ ਵਿੱਚ ਸੰਘਰਸ਼ ਦੇ ਵਿੱਚ ਜੋ ਰੂਪ ਜੋ ਵੀ ਕਾਂਡ ਕੀਤੇ ਨੇ, ਭਾਵੇਂ 26 ਜਨਵਰੀ ਦਾ ਹੋਵੇ ਜਾਂ ਹੋਰ ਅੱਗਾਂ ਲਗਾਣੀਆਂ ਜਾਂ ਸਿੱਖਾਂ ਨੂੰ ਗੁਰਸਿੱਖਾਂ ਨੂੰ ਚੱਕ ਕੇ ਮਾਰੀ ਜਾਣਾ, ਇਹ ਸਾਰਾ ਕੁਝ ਇੱਕ ਰਚਿਆ ਹੋਇਆ ਕਾਂਡ ਸੀ। ਤੇ ਜੇ ਹੁਣ ਜੇ ਲੋਕੀ ਕਹਿ ਰਹੇ ਨੇ ਕਿ ਜੇ ਹੁਣ ਕਿਸਾਨੀ ਸੰਘਰਸ਼ ਮੁਆਵਜ਼ੇ ਦੀ ਗੱਲ ਕਰਦਾ ਤੇ ਉੱਥੇ ਸਰਕਾਰ ਦੇ ਨਾਲ ਸਰਕਾਰ ਵੀ ਸਹਿਮਤ ਹੋ ਜਾਂਦੀ ਹੈ, ਤੇ ਕਿਤੇ ਨਾ ਕਿਤੇ ਸਰਕਾਰਾਂ ਫਿਰ ਅੱਗੇ ਸਾਰੇ ਨੂੰ ਮੁਆਵਜ਼ਾ ਦੇ ਕੇ ਤੇ ਕਿਤੇ ਨਾ ਕਿਤੇ ਜਦੋਂ ਮੁਆਵਜ਼ਾ ਮਿਲ ਜਾਏ ਤਾਂ ਕਿਸਾਨੀ ਸੰਘਰਸ਼ ਨੂੰ ਕਿਤੇ ਤੋੜ ਨਹੀਂ ਸਕਦੀ ਹੈ। ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਸ ਅੰਦੋਲਨ ਨੇ ਸਿੱਖ ਕੌਮ ਦਾ ਜਿਹੜਾ ਸਿਰ ਆ, ਅੱਜ ਪੰਜਾਬ ਦਾ ਜਿਹੜਾ ਆ ਸਿਰ ਪੂਰੇ ਦੇਸ਼ ਦੇ ਵਿੱਚ ਉੱਚਾ ਕੀਤਾ ਔਰ ਵਰਲਡ ਦੇ ਵਿੱਚ ਉੱਚਾ ਕੀਤਾ। ਬਹੁਤ ਵੱਡੀ ਦੇਣ ਹੈ ਇਸ ਅੰਦੋਲਨ ਦੀ, ਕਿਉਂਕਿ ਅਸੀਂ ਵੀ ਸਿੱਖ ਆ। ਅਸੀਂ ਆਪਣੀਆਂ ਸਟੇਜਾਂ ਤੋਂ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰਿਆਂ ਨੂੰ ਭਾਈ ਭਾਈ ਕਹਿੰਦੇ ਆ, ਤੇ ਇਸ ਤਰ੍ਹਾਂ ਹੋ ਵੀ ਰਿਹਾ ਆ। ਗੁਰੂ ਮਹਾਰਾਜ ਦੀ ਪੂਰੀ ਕਿਰਪਾ। ਇਸ ਤਰ੍ਹਾਂ ਸਾਡੇ ਜਿਹੜੇ ਵੀਰ ਸੋਚ ਰਹੇ ਆ, ਇਸ ਤਰ੍ਹਾਂ ਦੀ ਬਿਲਕੁਲ ਗੱਲ ਨਹੀਂ ਹੈਗੀ। ਮੈਂ ਦੱਸਦਾ ਆ ਕਿ ਸਾਡਾ ਨਿਸ਼ਾਨਾ ਸਿਰਫ ਸਿੱਧਾ ਉਹਨਾਂ ਤੇ ਆ। ਅਸੀਂ ਇਹ ਤਾਂ ਜਿਸ ਤਰ੍ਹਾਂ ਕਹਿੰਦੇ ਕਿ ਪਾਰਟ ਟਾਈਮ ਦੇ ਵਿੱਚ ਜਦੋਂ ਦੇਖੋ ਨਾ ਪਰਿਵਾਰਾਂ ਦੇ ਨਾਲ ਖੜੇ ਹੋਣਾ ਪੈਂਦਾ, ਤੇ ਅਸੀਂ ਖੜੇ ਆ। ਮੁਆਵਜ਼ਾ ਲੈਣਾ ਤੇ ਅਸੀਂ ਆਪਣੇ ਕਹਿੰਦੇ ਹੁੰਦੇ ਆ ਵੀ ਬਲ ਤੇ ਲੈਣਾ ਆ, ਜ਼ੋਰ ਨਾਲ ਲੈਣਾ। ਇਹਨਾਂ ਤੋਂ ਭੀਖ ਨਹੀਂ ਮੰਗਦੇ, ਕਿਉਂਕਿ ਜਿਹੜੀਆਂ ਕਾਲੀਆਂ ਕਰਤੂਤਾਂ ਕਰਦੇ ਇਹਨਾਂ ਨੂੰ ਅਹਿਸਾਸ ਵੀ ਕਰਾਉਨੇ ਆ ਕਿ ਤੁਸੀਂ ਇਹ ਗਲਤ ਕੀਤਾ। ਇਹਨਾਂ ਤੇ ਪਰਚੇ ਵੀ ਜਿਹੜੇ ਆ ਦਰਜ ਕਰਾਉਨੇ ਆ ਤਾਂ ਕਿ ਇਹਨਾਂ ਨੂੰ ਅਹਿਸਾਸ ਹੋਵੇ। ਅਸੀਂ ਤਾਂ ਇੱਥੋਂ ਤੱਕ ਵੀ ਇਹਨਾਂ ਨੂੰ ਕਹਿ ਦਿੱਤਾ ਆ ਕਿ ਅਸੀਂ ਅੰਦੋਲਨ ਤੋਂ ਪਿੱਛੇ ਨਹੀਂ ਮੁੜਾਂਗੇ। ਅਹਿਸਾਸ ਕਰਨਗੇ, ਤੁਸੀਂ ਮੰਨਦੇ ਹੋ ਕਿ ਇਹ ਅਹਿਸਾਸ ਕਰਨਗੇ ਤੇ ਇਹਨਾਂ ਦੇ ਅੰਦਰ ਦਾ ਜ਼ਮੀਰ ਜਾਗੇਗਾ। ਜੇ ਪਿਛਲੇ 10 ਮਹੀਨਿਆਂ ਤੱਕ ਅੰਦਰ ਦਾ ਜ਼ਮੀਰ ਨਹੀਂ ਜਾਗਿਆ ਤੇ ਜਿਹੜੇ ਸ਼ਹੀਦ ਇਹਨਾਂ ਨੇ ਕੀਤੇ, ਇਹਨਾਂ ਨੂੰ ਮੁਆਵਜ਼ਾ ਦੇਣ ਦੇ ਨਾਲ ਜ਼ਮੀਰ ਜਗ ਜਾਏਗਾ। ਇਸ ਤਰ੍ਹਾਂ ਨਹੀਂ ਜ਼ਮੀਰ ਜਾਗਣੀ ਜੀ। ਇਹ ਜ਼ਮੀਰਾਂ ਮਰੇ ਹੋਏ ਲੋਕ ਨੇ। ਰਾਜਨੀਤੀ ਕਹਿੰਦੇ ਇਹਨੂੰ ਆ। ਇਹ ਪੇ ਪੁੱਤ ਦਾ ਨਹੀਂ ਸਕਾ ਹੁੰਦਾ, ਭੈਣ ਭਰਾ ਦਾ ਨਹੀਂ ਸਕਾ ਹੁੰਦਾ, ਤਾਂ ਹੀ ਤਾਂ ਇਹ ਰਾਜਨੀਤੀ ਦੇ ਵਿੱਚ ਆਉਂਦੇ ਨੇ। ਇਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਜਾਂਦਾ। ਬਸ ਇਹਨਾਂ ਨੂੰ ਭੁੱਖ ਆ ਤੇ ਕੁਰਸੀ ਦੀ ਭੁੱਖ ਆ। ਆ ਜਿਹੜਾ ਅਸੀਂ ਯੂਪੀ ਮਿਸ਼ਨ ਚਲਾਇਆ ਹੁਣ, ਇਸ ਤੋਂ ਤਾਂ ਘਬਰਾਏ ਹੋਏ ਨੇ। ਮੁਜ਼ੱਫਰਨਗਰ ਜਿਹੜੀ ਅਸੀਂ ਰੈਲੀ ਕੀਤੀ ਆ, ਟਕੈਤ ਸਾਹਿਬ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਆ, ਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਉੱਥੇ ਪਹੁੰਚੇ ਆ ਵੱਖ-ਵੱਖ ਸਟੇਟਾਂ ਤੋਂ। ਉਹਨਾਂ ਨੇ ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ। ਔਰ ਜਿਹੜੀ ਅਹਿਸਾਸ ਦੀ ਗੱਲ ਕਰਦੇ ਆ, ਅਹਿਸਾਸ ਇਹਨਾਂ ਦੀ ਜਦੋਂ ਕੁਰਸੀ ਡੋਲੀ, ਅਹਿਸਾਸ ਹੋਣਾ ਹੀ ਉਦੋਂ ਆ, ਕਿਉਂਕਿ ਅਸੀਂ ਵੀ ਹੁਣ ਦਿਮਾਗ ਦੀ ਲੜਾਈ ਲੜ ਰਹੇ ਆ। ਜ਼ੋਰ ਦੀ ਲੜਾਈ ਲੜਨਾ ਅਸੀਂ ਵੀ ਬੰਦ ਕਰ ਦਿੱਤਾ। ਜਿਸ ਤਰ੍ਹਾਂ ਇਹ ਕਲਮ ਦੀ ਲੜਾਈ ਲੜਦੇ ਤੇ ਅਸੀਂ ਦਿਮਾਗ ਦੀ ਲੜਾਈ ਲੜਦੇ ਆ। ਇਹਨਾਂ ਦੀ ਜਿਹੜੀ ਰਾਜਨੀਤਿਕ ਜ਼ਮੀਨ ਹੈ, ਅਸੀਂ ਫੜ ਕੇ ਥੱਲਿਓਂ ਖਿੱਚਣੀ ਆ। ਬੇਸ਼ੱਕ ਸਾਨੂੰ ਸਮਾਂ ਵੱਧ ਲੱਗ ਜਵੇ, ਪਰ ਅਸੀਂ ਅੰਦੋਲਨ ਖਰਾਬ ਨਹੀਂ ਕਰਨਾ, ਕਿਉਂਕਿ ਇਸ ਅੰਦੋਲਨ ਦੇ ਨਾਲ ਸਾਡੇ NRI ਭਰਾਵਾਂ ਦੀਆਂ ਹਰੇਕ ਉਹ ਵਰਗ ਉਹਦਾ ਅੰਦਰੋਂ ਮੋਹ ਜਾਗਿਆ ਹੋਇਆ ਹੈ, ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਵੀ ਕਰਾਂਗੇ, ਔਰ ਉਹਨਾਂ ਨੇ ਜੋ ਸਾਨੂੰ ਸਹਿਯੋਗ ਦਿੱਤਾ, NRI ਭਰਾਵਾਂ ਨੇ ਇਸ ਅੰਦੋਲਨ ਦੇ ਵਿੱਚ ਕੋਈ ਸਾਨੂੰ ਘਾਟ ਨਹੀਂ ਆਉਣ ਦਿੱਤੀ। ਦੇਸ਼ ਵਾਸੀਆਂ ਨੇ ਕੋਈ ਘਾਟ ਨਹੀਂ ਆਉਣ ਦਿੱਤੀ। ਤੇ ਜੇ ਅੱਜ ਕਿਸਾਨ ਆਗੂ ਨੇ, ਜੇਕਰ ਉਹ ਪਿੱਛੇ ਹਟ ਜਾਣਗੇ ਤਾਂ ਕਿੰਨੀ ਸ਼ਰਮਨਾਕ ਗੱਲ ਆ। ਅਸੀਂ ਤਾਂ ਇੱਥੇ ਸ਼ਹਾਦਤਾਂ ਦੇਣਾ ਪਸੰਦ ਕਰਾਂਗੇ। ਅਸੀਂ ਤਾਂ ਇਹਨਾਂ ਨੂੰ ਕੁਰਸੀਆਂ ਤੋਂ ਲਹਾਵਾਂਗੇ। ਇਹਨਾਂ ਦੀ ਸੱਤਾ ਦਾ ਜਿਹੜਾ ਇਹਨਾਂ ਨੂੰ ਨਸ਼ਾ ਚੜਿਆ ਆ, ਉਹਨਾਂ ਨੂੰ ਨਸ਼ਾ ਲਾਵਾਂਗੇ। ਬੇਸ਼ੱਕ ਸਾਨੂੰ 2024 ਤੱਕ ਬਹਿਣਾ ਪਵੇ, ਪਰ ਇਹਨਾਂ ਦੀ ਇੱਕ ਵਾਰੀ ਜੜ ਵੱਢ ਕੇ BJP ਦੀ, ਫਿਰ ਅਸੀਂ ਵਾਪਸ ਪਰਤਾਂਗੇ। ਨਹੀਂ ਤਾਂ ਫਿਰ ਆਪਣੇ ਬਲਡੋਜ਼ਰ ਚਲਾ ਲੈਣ, ਕਰਲੇਨਾ ਚਲਾ ਲੈਣ, ਅਸੀਂ ਵੀ ਸ਼ਹੀਦੀਆਂ ਦੇ ਦਾਂਗੇ। ਤੇ ਅਸੀਂ ਜੀ ਕੇ ਕੀ ਕਰਨਾ? ਅਸੀਂ ਕੌਮ ਵਾਸਤੇ ਸ਼ਹੀਦ ਹੋ ਜਾਾਂਗੇ, ਪਰ ਅਸੀਂ ਪਿੱਛੇ ਮੁੜਨੇ ਵਾਲੇ ਨਹੀਂ ਹੈਗੇ ਇਹਨਾਂ ਤੋਂ। ਸੋ ਧੰਨਵਾਦ ਤੁਹਾਡਾ ਕਿ ਜਿਹੜੀ ਆਪਨੇ ਵਾਕਈ ਕਿ ਸਿੱਖ ਕੌਮ ਐਸੀ ਨਹੀਂ ਹੈ ਜੋ ਕਿ ਪਿੱਛੇ ਹੀ ਹਟੇ, ਪਰ ਜਿੱਥੇ ਅੱਜ ਗੱਲ ਕਿਸਾਨੀ ਸੰਘਰਸ਼ ਦੀ 10 ਮਹੀਨਿਆਂ ਤੱਕ ਸਰਕਾਰ ਦੇ ਕੰਨੀ ਜੂਨ ਤੱਕ ਨਹੀਂ ਖਿੱਚੀ, ਤੇ ਜਿਵੇਂ ਹੁਣ ਜਿਵੇਂ ਇਹ ਕੱਲ ਰਾਤ ਜਿਹੜਾ ਹੋਇਆ, ਅੱਜ ਉਹਨਾਂ ਬੱਚਿਆਂ ਦਾ ਅੰਤਮ ਸੰਸਕਾਰ ਹੋ ਗਿਆ ਪਰਿਵਾਰ ਵੱਲੋਂ। ਪਰਿਵਾਰ ਤੇ ਵੀ ਕਾਫੀ ਸੋਗ ਛਾਇਆ ਹੋਇਆ ਇਸ ਸਮੇਂ, ਤੇ ਸੰਘਰਸ਼ ਵੀ ਆਪ ਜੀ ਕਹਿ ਰਹੇ ਹੋ ਕਿ ਯੂਪੀ ਦੇ ਵਿੱਚ ਵੀ ਸੰਘਰਸ਼ ਕਾਫੀ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ। ਸੋ ਅੱਜ ਕਿਸਾਨੀ ਸੰਘਰਸ਼ ਜਿਹੜੇ ਅੱਜ ਦੇ ਹਾਲਾਤ ਨੇ ਇਸ ਸਮੇਂ ਜੋ ਲਖੀਮਪੁਰ ਖੀਰ ਦੇ ਵਿੱਚ ਹੈਗੇ ਨੇ, ਉਹਦੇ ਬਾਰੇ ਥੋੜਾ ਦੱਸਣਾ ਕਰੋ। ਦੇਖੋ, ਹਾਲਾਤ ਹਾਲੇ ਵੀ ਸਰਕਾਰ ਜਿਹੜੀ ਆ
ਉੱਥੇ ਕਿਸਾਨਾਂ ਦੇ ਪਰਚੇ ਦਰਜ ਕਰ ਰਹੀ ਹੈ ਕਿ ਦੋਸ਼ੀ ਇਹ ਵੀ ਹੈ, ਇਹਨਾਂ ਨੇ ਵੀ ਸਾਡੇ ਜਿਹੜੇ ਆ ਬੰਦਿਆਂ ਤੇ ਜਿਹੜਾ ਹਮਲਾ ਕੀਤਾ ਆ ਔਰ ਇਹਨਾਂ ਨੇ ਵੀ ਸਾਡੇ ਬੰਦਿਆਂ ਨੂੰ ਮਾਰਿਆ ਆ। ਦੇਖੋ ਕਿਤੇ ਨਾ ਕਿਤੇ ਸਰਕਾਰ ਤਾਂ ਦਬਾਉਣ ਦੀ ਕੋਸ਼ਿਸ਼ ਕਰੂਗੀ, ਉਲਝਾਉਣ ਦੀ ਵੀ ਕੋਸ਼ਿਸ਼ ਕਰੂਗੀ। ਉਹ ਤਾਂ ਚਾਹੁੰਦੀ ਆ ਕਿ ਇਹ ਇੱਕ ਵੱਖ ਮੁੱਦਾ ਅਸੀਂ ਖੜਾ ਕਰਕੇ ਇਹਨਾਂ ਨੂੰ ਉਧਰ ਉਲਝਾ ਲਈਏ। ਪਿੱਛੇ ਆ ਕਰਨਾਲ ਦੇ ਵਿੱਚ ਵੀ ਤੁਹਾਨੂੰ ਪਤਾ ਹੋਣਾ ਆ, ਕਰਨਾਲ ਦੇ ਵਿੱਚ ਵੀ ਇਹੋ ਜਿਹਾ ਕੰਮ ਹੋਇਆ ਸੀਗਾ, ਸਾਡਾ ਇੱਕ ਕਿਸਾਨ ਸ਼ਹੀਦ ਹੋ ਗਿਆ ਸੀਗਾ, ਉੱਥੇ ਵੀ ਸਾਨੂੰ ਐਜੀਟੇਸ਼ਨ ਲੜਨੀ ਪਈ। ਗੱਲ ਤੁਹਾਡੀ ਵੀ ਸਹੀ ਆ, ਇਹ ਲੋਕ ਸਾਨੂੰ ਥੋੜਾ ਧਿਆਨ ਭਟਕਾ ਕੇ ਸਾਈਡ ਨੂੰ ਸਾਡਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਅਸੀਂ ਸਮਝਦਾਰ ਆ, ਸੂਝਵਾਨ ਆ, ਪੜ੍ਹੇ ਲਿਖੇ ਹੋਏ ਆ, ਮਹਾਰਾਜ ਦੀ ਪੂਰੀ ਕਿਰਪਾ ਆ, ਕੋਈ ਐਡੀ ਗੱਲ ਨਹੀਂ, ਭਟਕਦੇ ਨਹੀਂ ਅਸੀਂ ਬਿਲਕੁਲ ਐਨ ਪੂਰੇ, ਸਾਡੇ ਦਿਮਾਗ ਵੀ ਕੰਮ ਕਰ ਰਹੇ ਆ ਤੇ ਸਾਡੀ ਸੋਚ ਵੀ ਕੰਮ ਕਰ ਰਹੀ ਆ, ਤਾਂ ਮਹਾਰਾਜ ਦੀ ਵੀ ਪੂਰੀ ਕਿਰਪਾ ਆ। ਕੋਈ ਗੱਲ ਨਹੀਂ, ਇਹਨਾਂ ਨੇ ਚਾਲਾਂ ਚੱਲਣੀਆਂ ਆ, ਇਹ ਚਾਲਾਂ ਚੱਲ ਲੈਣ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਕਿ ਇਹਨਾਂ ਦੇ ਸਿਰ ਤੇ ਜੂੰ ਨਹੀਂ ਸਰਕ ਰਹੀ, ਜਿਹਦੇ ਸਿਰ 'ਚ ਜੂਆਂ ਪਈਆਂ ਹੁਣ, ਖਾਜ ਜਦੋਂ ਕਰਦਾ ਫਿਰ ਲੋਕੇ ਕਰਦਾ। ਇਹ ਮੋਦੀ ਸਾਹਿਬ ਦੇ ਹੁਣ ਸਿਰ 'ਚ ਪੈ ਗਈਆਂ ਜੂਆਂ, ਤੇ ਖੁਰਕਦਾ ਤਾਂ ਹੈਗਾ, ਕਿਸੇ ਨੂੰ ਪਤਾ ਨਹੀਂ ਲੱਗਦਾ, ਤੇ ਉਹ ਹੁਣ ਖੁਰਕਣ ਦਾ ਟਾਈਮ ਕਦੋਂ ਲੱਗਦਾ ਉਹ ਹੁਣ ਆਪ ਹੀ ਦੱਸਣਗੇ। ਜਦੋਂ ਇਹਨਾਂ ਨੂੰ ਸਤਾ ਦਾ ਨਸ਼ਾ ਉਤਰ ਗਿਆ, ਇਹਨਾਂ ਨੇ ਫੇਰ ਦੇਖਣਾ, फिर मैं तो फकीर हूं, मैं झोला उठा के चला जाऊंगा, फिर झोला उठा के हमने जाने नहीं देना इनको, इनकी टांग पकड़ के तो फिर इधर पंजाब को लाएंगे। फिर ऐसी कोई गल नहीं, असे साडे पूरे हौसले बुलंद ने, असी पिछे मोड़ने वाले नहीं। साडे बाप गुरु गोबिंद सिंह जी ने अपना पूरा परिवार बार दिता इस कौम वास्ते, ते असी भी उन्हां दी औलाद हां, असी भी उन्हां दे पुत्तर हां, किते ना किते असी भी पिछे नहीं मुड़ांगे, असी अपनी कौम दा सिर नीवां नहीं होण देवांगे। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੰਗਵੀਰ ਸਿੰਘ ਜੀ ਦਾ। ਹੋਇਆ ਤਾਂ ਅਗਲੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਫੇਰ ਅਸੀਂ ਸੰਪਰਕ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।